ਲੁਧਿਆਣਾ ਵਿੱਚ ਅੱਜ ਅਲਾਇੰਸ ਮਨਮੋਹਨ ਦੀ ਅਹਿਮ ਬੈਠਕ ਹੋਈ, ਜਿਸ ਵਿੱਚ ਸਿਲਾਈ ਮਸ਼ੀਨ ਕਲੱਬ, ਸਮਾਲ ਸਕੇਲ ਇੰਡਸਟਰੀ ਦੇ ਕਾਰਕੁਨ ਵੀ ਸ਼ਾਮਲ ਹੋਏ। ਬੈਠਕ ਵਿੱਚ ਪਾਵਰਕੌਨ ਵੱਲੋਂ ਇੰਡਸਟਰੀ ਨੂੰ ਕੋਈ ਵੀ ਰਿਆਇਤਾਂ ਨਾ ਦੇਣ ਦੇ ਫੈਸਲੇ ਤੇ ਵਿਚਾਰ ਵਟਾਂਦਰਾ ਕੀਤਾ ਗਿਆ। बैठक तो बाद पत्रकारां नाल गलबात करदियां सनअतकारां ने कहा कि पावरकॉम छोटे अते वड्डे सनअतकारां दे नाल धक्केशाही कर रही है। उन्होंने कहा कि सरकार पहला ही कह चुकी है कि सनअतकारां नूं बिजली दे तय खर्चिਆਂ ਵਿੱਚ छूट ਦਿੱਤੀ ਜਾਵੇ, पर पावरकॉम ਦੇ चेयरमैन ने इस गल नूं सिरे तो खारिज कर दिता है ਅਤੇ सगों जुर्माने दे नाल उन्हां तो बिल वसूलण दी गल कही जा रही है। उन्होंने कहा कि नितिन गडकरी भी इस संबंधी साफ कह चुके हैं, पर अफसर सरकार दी ही गल नहीं मान रही। उन्होंने कहा कि इस समय इंडस्ट्री नूं खत्म किया जा रहा है। इंडस्ट्री 2 महीनों तो बंद पई है, जो खर्चे किवें देणगे। उन्होंने कहा कि RBI अपनी सिफारिशां नूं भी बैंक मैनेजर टिच जाण रहे हैं। उन्होंने साफ कहा है कि जेकर अजिहा ही करना है तो साडी फैक्ट्रियां दी चाबी वो आप ही लै लैण अते जिथे बेचणियां ने बेच देण। उधर मजदूरों के लुधियाना तो प्रवास करने नूं लैके भी सनअतकारां ने इस नूं प्रशासन की नलायकी दस्सिया है। उन्होंने कहा कि जदों तक फैक्ट्री मालक ने उन्हां दे खर्चा चुकते रहे वो इत्थे रह रहे सन, पर जदों फैक्ट्री मालक बेबस हो गए हैं तो सरकार ने मजदूरों नूं वापस भेजना शुरू कर दिता है। उन्होंने कहा कि जो रिश्ता फैक्ट्री मालकां अते मजदूरां दा आपस च सी ओह खत्म हो गया है। लुधियाना तो रामकृष्ण अरोड़ा की रिपोर्ट। बिजली के बिल लैके की फैसला होया अज आल फर्नस एसोसीएशन, सुइंग मशीन डिवेलपमेंट क्लब और जिहड़ी फैडरेशन ऑफ ऑल इंडस्ट्रीज एसोसीएशन और जिहड़ी साडी समाल स्केल इंडस्ट्री एसोसीएशन जनता नगर है, उन्हां वल्लों ये सांझी मीटिंग की गई है। इहदा जिहड़ा एक नकाती एजेंडा सी वो है कि पहलां जिवें जिवें लॉकडाउन वधिया साडे एसोसीएशन के प्रैशर ते ਤਾਂ ਪਾਵਰਕੌਮ ਉਵੇਂ ਡੇਟ ਐਕਸਟੈਂਡ ਕਰਦੀ ਰਹੀ ਹੈ ਆਪਣੇ ਬਿਜਲੀ ਦੇ ਬਿੱਲਾਂ ਦੀ। ਲੇਕਿਨ ਕੱਲ 10 ਤਰੀਕ ਦੇ ਜਿਹੜੇ ਲਾਸਟ ਬਿੱਲ ਸੀ ਸਾਡੇ, ਉਹਦੇ ਤੇ ਇਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਹੁਣ ਤੁਸੀਂ 18% ਪੈਨਲਟੀ ਦੇ ਨਾਲ ਬਿੱਲ ਜਮ੍ਹਾਂ ਕਰਾਓਗੇ, ਅਸੀਂ ਤੁਹਾਡੀ ਡੇਟ ਐਕਸਟੈਂਡ ਨਹੀਂ ਕਰਨੀ। ਤੁਸੀਂ ਲਾਕਡਾਊਨ ਐਕਸਟੈਂਡ ਕਰ ਰਹੇ ਹੋ, ਕੰਮ ਕਰ ਸਾਡੇ ਤੁਸੀਂ ਬੰਦ ਕਰਾਏ ਆ। ਕਰੋਨਾ ਮਹਾਮਾਰੀ ਆ, ਕਿਸੇ ਦੇ ਹੱਥ ਬਸ ਨਹੀਂ, ਲੇਕਿਨ ਸਾਨੂੰ ਇੰਡਸਟਰੀ ਨੂੰ ਪਿਨ ਪੁਆਇੰਟ ਕਰਕੇ ਕਿਉਂ ਮਾਰਿਆ ਜਾ ਰਿਹਾ। ਸਾਡੇ ਛੋਟੇ ਤੋਂ ਛੋਟੇ ਵਪਾਰੀ ਦਾ ਵੀ ਜਿਹੜਾ ਬਿੱਲ ਹੈ ਉਹ 10,000 ਤੋਂ ਲੈ ਕੇ 1 ਲੱਖ ਰੁਪਏ ਤੱਕ ਆਉਂਦਾ ਹੈ। ਜਿਹੜੀ ਸਾਡੀ ਵੱਡੀ ਫਰਨੈਸ ਇੰਡਸਟਰੀ ਆ, ਕਰੀਬ 1.5 ਕਰੋੜ ਤੱਕ ਦੇ ਬਿੱਲ ਆਉਂਦੇ ਆ। ਔਰ ਉਹਦੇ ਨਾਲ ਜਿਹੜੀ ਅਸੀਂ ਤੁਹਾਨੂੰ ਸਾਰਾ ਦਿਖਾ ਚੁੱਕੇ ਹਾਂ, ਜਿਹੜਾ ਇਹਨਾਂ ਨੇ 7 ਅਪ੍ਰੈਲ ਨੂੰ ਇੱਕ ਨੋਟੀਫਿਕੇਸ਼ਨ ਕੀਤਾ ਸੀ ਜਿਹੜਾ ਸੈਕਟਰੀ ਪਾਵਰ ਪੰਜਾਬ ਨੇ, ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਜਦੋਂ ਤੱਕ ਲਾਕਡਾਊਨ ਚੱਲ ਰਿਹਾ ਉਦੋਂ ਦਾ 2 ਮਹੀਨੇ ਤੱਕ ਉਹਨਾਂ ਨੇ ਜਿਹੜੇ ਸਾਡੇ ਫਿਕਸ ਚਾਰजेस ਆ ਉਹਨੂੰ ਐਗਜ਼ੈਂਪਟ ਕੀਤਾ ਸੀ। ਤੇ ਬੜੀ ਹੈਰਾਨੀ ਹੋਈ ਆ, ਕੱਲ ਜਿਹੜੇ ਸਾਡੇ ਚੇਅਰਮੈਨ ਨੇ ਪਾਵਰਕੌਮ ਦੇ ਉਹ ਇਸ ਗੱਲ ਤੋਂ ਬਿਲਕੁਲ ਹੀ ਮੁੱਕਰ ਚੁੱਕੇ। ਉਹ ਕਹਿੰਦੇ ਜੀ ਅਸੀਂ ਐਗਜ਼ੈਂਪਟ ਨਹੀਂ ਕੀਤਾ, ਅਸੀਂ ਡੈਫਰ ਕੀਤਾ ਤੇ ਆ 23 ਮਈ ਤੋਂ ਅਸੀਂ ਉਹ ਬਿੱਲ ਤੁਹਾਨੂੰ ਵਿੱਚ ਐਡ ਕਰਕੇ ਲੈਣਾ ਸ਼ੁਰੂ ਕਰਾਂਗੇ। ਫੈਕਟਰੀਆਂ ਸਾਡੀਆਂ ਚੱਲੀਆਂ ਨਹੀਂ, ਕੰਮ ਸਾਡਾ ਚੱਲ ਨਹੀਂ ਰਿਹਾ, ਤਾਂ ਅਸੀਂ ਕਿਸ ਤਰ੍ਹਾਂ ਇਹਨਾਂ ਨੂੰ ਪੇ ਕਰ ਸਕਦੇ ਹਾਂ। GST ਨੇ ਵੀ ਇਹ ਗੱਲ ਕਲੀਅਰ ਕਰਤੀ ਕਿ ਤੁਹਾਡੀ 5 ਤਰੀਕ ਡੇਟ ਸੀਗੀ, ਤੇ ਉਸ ਤੋਂ ਬਾਅਦ ਤੁਸੀਂ ਪੈਨਲਟੀ ਨਾਲ ਪੇ ਕਰੋ। ਔਰ ਮੈਂ ਹੈਰਾਨ ਆ ਕਿ ਇੱਕੋ ਇੱਕ ਮਿਨਿਸਟਰ ਨੇ ਜਿਹੜੇ ਪੂਰੇ ਹਿੰਦੁਸਤਾਨ 'ਚ ਸਾਡੀ ਆਵਾਜ਼ ਬਣੇ ਨੇ। मैं उनका धन्यवाद करदा, मानयोग श्री नितिन गडकरी जी ਜਿਹੜੇ ਸਾਡੇ MSME ਦੇ ਵਜ਼ੀਰ ਨੇ। ਉਹਨਾਂ ਦੀ ਇੰਟਰਵਿਊ ਤੁਸੀਂ ਸਾਰਿਆਂ ਨੇ ਸੁਣੀ ਆ, ਔਰ ਬੜੀ ਦਲੇਰੀ ਨਾਲ ਉਹਨੇ ਗੱਲ ਕਹੀ ਹੈ ਕਿ ਜੇਕਰ ਅਫਸਰਸ਼ਾਹੀ ਤੇ ਡਿਪਾਰਟਮੈਂਟ ਸਰਕਾਰ ਦੇ ਫੈਸਲੇ ਲਾਗੂ ਨਹੀਂ ਕਰਦੇ, ਕੇਂਦਰ ਸਰਕਾਰ ਦੇ, ਤਾਂ ਇਹ ਗਲਤ ਹੈ। ਲੇਕਿਨ ਤਾਂ ਵੀ ਉਹਦੇ ਬਾਵਜੂਦ ਵੀ ਇੱਥੇ ਕਿਸੇ ਤੇ ਕੋਈ ਅਸਰ ਨਹੀਂ ਹੈ। ਬੈਂਕਾਂ ਵਾਲੇ ਸਾਨੂੰ RBI ਦੀਆਂ ਜਿਹੜੀਆਂ ਆਈਆਂ ਚਿੱਠੀਆਂ ਭੇਜ ਰਹੇ ਆ ਕਿ ਅਸੀਂ ਤੁਹਾਨੂੰ 10% ਐਕਸਟੈਂਸ਼ਨ ਦੇਵਾਂਗੇ ਜੀ, OD ਦੇਵਾਂਗੇ, पर ਜਦੋਂ ਅਸੀਂ ਮੈਨੇਜਰਾਂ ਨੂੰ ਟੈਲੀਫੋਨ ਕਰਦੇ ਆ ਬੈਂਕਾਂ 'ਚ, ਉਹ ਕਹਿੰਦੇ ਸੌਰੀ ਜੀ ਦੇਖਾਂਗੇ ਤੁਹਾਡੀ ਐਲੀਜੀਬਿਲਟੀ ਬਣਦੀ ਆ ਕਿ ਨਹੀਂ ਬਣਦੀ, ਅਸੀਂ ਇਸ ਤਰ੍ਹਾਂ ਨਹੀਂ ਦੇ ਸਕਦੇ। ਉਹ RBI ਦਾ ਹੁਕਮ ਮੰਨਣ ਤੋਂ ਇਨਕਾਰੀ ਹੈ। ਇੱਥੇ ਪੰਜਾਬ ਦੇ ਵਿੱਚ ਕੋਈ ਵੀ ਕਿਸੇ ਦਾ ਹੁਕਮ ਮੰਨਣ ਨੂੰ ਤਿਆਰ ਨਹੀਂ। ਤੇ ਇਹ ਜਿਹੜੀ ਇਹ ਲਾ ਕਾਨੂੰਨੀ ਫੈਲੀ ਆ, ਇਹ ਤਾਂ ਮੈਂ ਸਮਝਦਾ ਅਨਾਰਕੀ ਵੱਲ ਜਾਊਗੀ ਤੇ ਸਾਡੇ ਕੋਲੇ ਤਾਂ ਡਿਪਰੈਸ਼ਨ ਸ਼ੁਰੂ ਹੋ ਜਾਊਗਾ ਸਾਡੀ ਇੰਡਸਟਰੀ 'ਚ। ਸਾਡਾ ਫੈਸਲਾ ਇਹ ਹੋਇਆ ਜੀ, ਇੱਕ ਤਾਂ ਸਰਕਾਰ ਜਦੋਂ ਤੱਕ ਲਾਕਡਾਊਨ ਵਧਾਉਂਦੀ ਆ ਉਦੋਂ ਤੱਕ ਸਾਡੇ ਬਿਜਲੀ ਦੇ ਬਿੱਲ ਵਧਾਵੇ। दूसरा ਜਿਹੜਾ ਸਾਡੀ ਐਕਸਟੈਂਸ਼ਨ ਸਾਨੂੰ ਦਿੱਤੀ ਸੀਗੀ, ਐਗਜ਼ੈਂਪਟ ਕੀਤਾ ਸੀਗਾ ਫਿਕਸ ਚਾਰजेस ਨੂੰ, ਉਹਨੂੰ ਘੱਟੋ ਘੱਟ ਅਗਲੇ 6 ਮਹੀਨੇ ਲਈ ਐਗਜ਼ੈਂਪਟ ਕੀਤਾ ਜਾਵੇ। ਔਰ ਅਗਰ ਇਹ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤਾਂ ਅਸੀਂ ਚਾਬੀਆਂ ਇਹਨਾਂ ਦੇ ਹਵਾਲੇ ਕਰ ਦਿੰਦੇ ਆ। ਬੇਸ਼ੱਕ ਸਾਡੀਆਂ ਫੈਕਟਰੀਆਂ ਵੇਚ ਦੇਣ
ਤੇ ਸਾਨੂੰ ਦੱਸ ਦੇਣ ਕਿਹੜੀ ਰੇਲਵੇ ਲਾਈਨ ਆ ਜਿਹੜੀ ਸਾਨੂੰ ਜਾਂਦੀ ਆ, ਅਸੀਂ ਵਾਪਸ ਸ਼ਹਿਰਾਂ 'ਚੋਂ ਆਪਣੇ ਪਿੰਡਾਂ ਵੱਲ ਨੂੰ ਜਾ ਸਕੀਏ। ਸਾਡੇ ਕੋਲੇ ਹੁਣ ਕੋਈ ਰਾਹ ਨਹੀਂ ਰਹਿ ਗਿਆ ਤੇ ਜਾਂ ਸਾਡੇ ਕੋਲੇ ਖੁਦਕੁਸ਼ੀਆਂ ਦਾ ਰਾਹ ਰਹਿ ਗਿਆ। ਤੇ ਜੇ ਲੇਬਰ ਜਿਹੜੀ ਵਾਪਸ ਜਾ ਰਹੀ ਉਹਦੇ ਬਾਰੇ ਕੀ ਕਹੋਗੇ? ਸਰ ਲੇਬਰ ਜੇਕਰ ਇਹ ਘੱਟੋ ਘੱਟ ਉਹਨਾਂ ਨੂੰ ਰਾਸ਼ਨ ਸਹੀ ਤਰੀਕੇ ਨਾਲ ਦਿੰਦੇ, ਇਹ ਤਾਂ ਹੁਣ ਤੱਕ ਲੇਬਰ ਰੱਖੀ ਆ ਅਸੀਂ ਲੰਗਰ ਲਾ ਕੇ। ਜਿਹੜਾ ਸਰਕਾਰ ਕੋਲੇ ਇੰਨਾ ਜ਼ਿਆਦਾ ਰਾਸ਼ਨ ਹੈ, ਕਹਿੰਦੇ ਸਾਡੇ ਕੋਲੇ ਪਿਆ ਹੈ, ਉਹ 1905 ਦਾ ਨੰਬਰ ਮਿਲਦਾ ਨਹੀਂ ਹੈ। ਕੱਲ ਸਾਡਾ ਇੱਕ ਮਜ਼ਦੂਰ ਸਾਥੀ ਉੱਥੇ ਫੋਕਲ ਪੁਆਇੰਟ ਖੁਦਕੁਸ਼ੀ ਕਰ ਗਿਆ, ਜਿਹਨੂੰ ਵਿਚਾਰੇ ਨੂੰ ਰਾਸ਼ਨ ਨਹੀਂ ਮਿਲਿਆ। ਤੇ ਉਹਦੇ 'ਚ ਉੱਤੋਂ ਇਹਨੇ ਬੜੇ ਸਮਝਦਾ ਕਿ ਵੇਗ ਤਰੀਕੇ ਦੇ ਨਾਲ ਹੁਣ ਮਜ਼ਦੂਰ ਜਿਹੜੇ ਇੱਕ ਪਾਸੇ ਸਾਨੂੰ ਕਿਹਾ ਫੈਕਟਰੀਆਂ ਚਲਾਓ, ਅਸੀਂ ਕੋਸ਼ਿਸ਼ ਕਰ ਰਹੇ ਹਾਂ, ਯਤਨ ਕਰ ਰਹੇ ਹਾਂ, ਆਪਣਾ ਜਿੰਨਾ ਕੁ ਸਰਮਾਇਆ ਪਿਆ ਇਕੱਠਾ ਕਰਕੇ ਅਸੀਂ ਉਹਨਾਂ ਨੂੰ ਰੁਜ਼ਗਾਰ ਦਈਏ। ਤੇ ਹੁਣ ਇਹਨਾਂ ਨੇ ਉਹਨਾਂ ਨੂੰ ਕਹਿਣਾ ਸ਼ੁਰੂ ਕਰਤਾ ਕਿ ਤੁਸੀਂ ਫੈਕਟਰੀਆਂ ਵੱਲ ਜਾਓ। ਇੱਕ ਬੜਾ ਫੈਬਰਿਕ ਸੀ ਸਾਡਾ ਆਪਸੀ ਇੱਕ ਸੰਬੰਧ ਬਣਿਆ ਸੀ ਮਜ਼ਦੂਰ ਦਾ ਤੇ ਮਾਲਕ ਦਾ ਪਿਛਲੇ 60-70 ਸਾਲ ਤੋਂ। ਜਿਹੜੀਆਂ ਇਹਨਾਂ ਦੀਆਂ ਗਲਤ ਨੀਤੀਆਂ ਨੇ, ਜਿਹੜੇ ਇੱਕ ਦਿਨ ਦੇ ਵਿੱਚ 5 ਇਹ ਨੋਟੀਫਿਕੇਸ਼ਨ ਕਰਕੇ ਫਿਰ ਉਹਨੂੰ ਰੋਲ ਬੈਕ ਕਰਦੇ ਆ, ਉਹਨੇ ਤੋੜ ਕੇ ਤਹਿਸ-ਨਹਿਸ ਕਰਕੇ ਰੱਖ ਦਿੱਤਾ। ਸਾਡੀ ਸਮਝ ਤੋਂ ਬਾਹਰ ਆ ਕਿ ਕੀ ਹੋਊਗਾ। ਸਾਨੂੰ ਜ਼ਿੰਦਗੀ ਹਨੇਰੀ ਨਜ਼ਰ ਆ ਰਹੀ ਹੈ। ਨਹੀਂ ਤੁਹਾਡੇ ਸੁਣੀ ਜਾਂਦੀ ਤੇ ਮੰਗਾਂ ਪੂਰੀਆਂ ਨਹੀਂ ਸੜਕਾਂ ਦੇ ਸਾਡੇ ਕੋਲੇ ਕੋਈ ਹੋਰ ਹੱਲ ਕੀ ਆ ਜੀ? ਸੜਕਾਂ ਤੇ ਉਤਰਨ ਲੱਗਾ ਡਰ ਲੱਗਦਾ, ਕਹਿੰਦੇ ਕਰੋਨਾ ਆ ਜਾਊਗਾ। ਤੇ ਪਰ ਤਾਂ ਹੁਣ ਕਰਾਂਗੇ ਕੀ ਜੀ? ਘਰ ਬਹਿ ਕੇ ਵੀ ਮਰਨਾ। ਅਸੀਂ ਘਰ ਬਹਿ ਕੇ ਮਰਨ ਨਾਲੋਂ ਅਸੀਂ ਚਾਬੀਆਂ ਉਹਨਾਂ ਨੂੰ ਫੜਾ ਦੇਵਾਂਗੇ, ਹੋਰ ਅਸੀਂ ਕੁਝ ਕਰਨ ਜੋਗੇ ਹੈ ਨਹੀਂ। ਇਹ ਸਾਡੇ ਕਨੈਕਸ਼ਨ ਵੀ ਕੱਟ ਲੈਣ ਤੇ ਸਾਡੀਆਂ ਫੈਕਟਰੀਆਂ ਸਾਡੀਆਂ ਮਸ਼ੀਨਾਂ ਵੇਚ ਲੈਣ। ਜੇ ਉਹ ਵੇਚ ਕੇ ਸਰਕਾਰ ਦੇ ਘਾਟੇ ਪੂਰੇ ਹੁੰਦੇ ਕਰ ਲੈਣ। ਬਾਕੀ ਇੰਡਸਟਰੀ ਐਸੋਸੀਏਸ਼ਨ ਨਾਲ ਵੀ ਗੱਲ ਕਰੋਗੇ? ਸਾਰੀਆਂ ਹੀ ਐਸੋਸੀਏਸ਼ਨ ਇਸ ਗੱਲ ਤੇ ਇੱਕਮਤ ਹੈ ਜੀ, ਸਾਰੀਆਂ ਐਸੋਸੀਏਸ਼ਨਸ। ਇਹ ਕੋਈ ਇਕੱਲੀ ਕਿਤੇ ਕੋਈ ਇੱਕ ਇੰਡਸਟਰੀ ਦੀ ਗੱਲ ਨਹੀਂ ਹੈ। ਆਵਾਜ਼ ਕਿਤੋਂ ਇੱਕ ਸ਼ੁਰੂ ਹੋਣੀ ਹੁੰਦੀ ਆ। ਜਦੋਂ ਇੱਕ ਵਾਰੀ ਆਵਾਜ਼ ਚੱਲ ਗਈ, ਹੁਣ ਇਹ ਆਵਾਜ਼ ਜਿਹੜੀ ਆ ਸਾਰੇ ਪਾਸੇ ਜਾਊਗੀ। ਸਾਰੀ ਇੰਡਸਟਰੀ, ਸਾਰਾ ਵਪਾਰੀ ਇਸ ਗੱਲ ਦੇ ਉੱਤੇ ਇੱਕਮਤ ਹੈ। 'ਚ ਕੋਈ ਰਾਜਨੀਤੀ ਨਹੀਂ ਹੈ, ਇਹ 'ਚ ਕੋਈ ਧੜੇਬੰਦੀ ਨਹੀਂ ਹੈ। ਜਿਹੜੀ ਤੁਸੀਂ ਅੱਜ ਮੀਟਿੰਗ ਕੀਤੀ ਹੈ ਬਿਜਲੀ ਦੇ ਬਿੱਲਾਂ ਨੂੰ ਸਾਰੇ ਫਰਨਸ ਅਲਾਇੰਸ ਲਿਮਟਿਡ ਫਰਨਸ ਅਲਾਇੰਸ ਵੱਲੋਂ ਇਹ ਰੱਖੀ ਗਈ ਹੈ ਪ੍ਰੈਸ ਕਾਨਫਰੰਸ। ਬੀਇੰਗ ਏ ਪ੍ਰੈਜ਼ੀਡੈਂਟ ਮਹੇਸ਼ ਗੁਪਤਾ ਵੱਲੋਂ ਸਾਡੀ ਸਿਰਫ ਸਰਕਾਰ ਵੱਲੋਂ ਇੱਕੋ ਹੀ ਰਿਕੁਐਸਟ ਹੈ ਸਾਰੀ ਸਰਕਾਰ ਨੂੰ ਕਿ ਸਾਡੀ ਇੰਡਸਟਰੀ ਨੂੰ ਬਚਾ ਲਓ। ਲੇਬਰ ਵੀ ਬਚ ਜੂਗੀ ਔਰ ਇਹ ਇੰਨੇ ਭਰ ਟੈਕਸ ਤੁਹਾਨੂੰ ਦਿੰਦੀ ਹੈ। ਅਗਰ ਇੰਡਸਟਰੀ ਬਚ ਗਈ ਤੇ ਲੇਬਰ ਵੀ ਬਚੂ, ਗੌਰਮੈਂਟ ਵੀ ਬਚੂ। ਬਸ ਸਾਡੀ ਕੀ ਰਿਕੁਐਸਟ ਹੈ, ਸਾਡੀ ਇੰਡਸਟਰੀ ਨੂੰ ਬਚਾਓ। ਜਦ ਤੱਕ ਲੋਕਡਾਊਨ ਚੱਲ ਰਿਹਾ ਹੈ, ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਕੋਲ ਕਿਸੇ ਕਿਸਮ ਦਾ ਵੀ ਪੈਨਿਕ ਨਾ ਕੀਤਾ ਜਾਵੇ, ਪ੍ਰੈਸ਼ਰ ਨਾ ਪਾਇਆ ਜਾਵੇ, ਕੋਈ ਵਿਆਜ ਨਾ ਲੱਤੇ ਜਾਣ, ਕੋਈ ਐਕਸਟਰਾ ਅਮਾਊਂਟਾਂ ਨਾ ਲੱਤੀਆਂ ਜਾਣ ਜਿਹਦੇ ਨਾਲ ਸਾਡੀ ਇੰਡਸਟਰੀ ਡੁੱਬ ਜਾਵੇ। ਅਦਰਵਾਈਜ਼ ਸਾਨੂੰ ਮਜਬੂਰ ਹੋਣਾ ਪਏਗਾ ਸਾਰਿਆਂ ਨੂੰ ਚਾਬੀਆਂ ਲੈ ਕੇ ਸਰਕਾਰ ਨੂੰ ਚਾਬੀਆਂ ਸੌਂਪਣੀਆਂ ਪੈਣਗੀਆਂ ਕਿ ਸਾਡੀਆਂ ਚਾਬੀਆਂ ਸੰਭਾਲੋ, ਸਾਡੀ ਇੰਡਸਟਰੀ ਸੰਭਾਲੋ, ਸਾਡੇ ਬੈਂਕ ਸੰਭਾਲੋ, ਸਾਡੀ ਲੇਬਰ ਸੰਭਾਲੋ, ਆਪੇ ਬਿਜਲੀ ਦੇ ਬਿੱਲ ਦਿਓ, ਆਪੇ ਫੈਕਟਰੀਆਂ ਚਲਾਓ, ਸਾਨੂੰ ਝੋਲਾ ਫੜਾਓ ਤੇ ਸਾਡਾ ਘਰ ਕਿਤੇ ਬਣਾ ਦਿਓ ਯੂਪੀ, ਬੰਗਾਲ 'ਚ, ਬਿਹਾਰ 'ਚ, ਅਸੀਂ ਆਪਣੇ ਝੋਲੇ ਚੁੱਕੇ ਉੱਥੇ ਚਲ ਜਾਈਏ। ਇਹ ਕਹਿਣਾ ਚਾਹੁੰਦੇ ਹਾਂ ਅਸੀਂ ਇੰਡਸਟਰੀ ਆਪਣੀ ਨੂੰ। ਜੇ ਨਾ ਸਰ ਤੁਹਾਡੀ ਮੰਨੀ ਕੋਈ ਟਾਈਮ ਲਿਮਿਟ ਦੇ ਰਹੇ ਹੋ, ਕੁਝ ਐਕਸ਼ਨ ਪਲਾਨ? ਸਰ ਸਾਨੂੰ ਕੋਈ ਟਾਈਮ ਲਿਮਿਟ ਨਹੀਂ ਦਿੱਤੀ ਜਾ ਰਹੀ। ਨਾ GST ਦੀ ਡੇਟ ਵਧਾਈ ਜਾ ਰਹੀ ਹੈ, ਨਾ TDS ਦੀ ਡੇਟ ਵਧਾਈ ਜਾ ਰਹੀ ਹੈ, ਨਾ ਬਿਜਲੀ ਦੇ ਬਿੱਲ ਦੀ ਡੇਟ ਵਧਾਈ ਜਾ ਰਹੀ ਹੈ। ਔਰ ਜੋ ਵਧਾਇਆ ਜਾ ਰਿਹਾ ਉਹਦੇ ਵਿੱਚ ਸਾਡੇ ਕੋਲੋਂ ਵਿਆਜ ਲਿੱਤਾ ਜਾ ਰਿਹਾ ਕਿ ਸਾਨੂੰ ਵਿਆਜ ਵੀ ਦੇਣਾ ਪਵੇ, ਕਿਸ਼ਤਾਂ ਵੀ ਦੇਣੀਆਂ ਪੈਣ। ਅਸੀਂ ਬੜੇ ਸਰਪ੍ਰਾਈਜ਼ਡ ਹੈ ਕਿ ਅਸੀਂ ਰਕਮ ਦੇਣ ਲਈ ਅਸਮਰਥ ਹੈ। ਸਾਡੇ ਲੋਕਡਾਊਨ 'ਚ ਬੈਠੇ ਲੇਬਰ ਦੀ ਸੇਵਾ ਕਰ ਥੱਕ ਗਏ, ਮਿਨੀਮਮ ਬਿੱਲ ਦੇ ਕੇ ਥੱਕ ਗਏ। ਅਸੀਂ ਕਿੱਥੇ ਜਾਈਏ, ਕੀ ਕਰੀਏ, ਕਿਹਦੇ ਕੋਲ ਫਰਿਆਦ ਜਾ ਕੇ ਬੋਲੀਏ? ਸਾਡੀ ਇਹ ਆਵਾਜ਼ ਗੌਰਮੈਂਟ ਤੱਕ ਪਹੁੰਚਾਈ ਜਾਵੇ, ਸਾਡੀ ਇੰਡਸਟਰੀ ਬਚਾਈ ਜਾਵੇ। ਜੈ ਲੇਬਰ, ਜੈ ਇੰਡਸਟਰੀ, ਇਹ ਨਾਰਾ ਬੁਲੰਦ ਕਰਨਾ ਚਾਹੀਦਾ ਜਿਹਦੇ ਨਾਲ ਪੰਜਾਬ ਗੌਰਮੈਂਟ ਵੀ ਖੁਸ਼ਹਾਲ ਹੋ ਜਾਵੇ। ਆਉਣ ਵਾਲੇ ਟਾਈਮਾਂ 'ਚ ਟੈਕਸ ਮਿਲਣ ਉਹਨਾਂ ਨੂੰ ਜ਼ੋਰ ਨਾਲ ਸਾਨੂੰ ਹੈਲਪ ਕੀਤੀ ਜਾਵੇ, ਸਾਡੀ ਇੰਡਸਟਰੀ ਦੀ ਹੈਲਪ ਕੀਤੀ ਜਾਵੇ।